ਨਾਭਾ ਰਿਆਸਤ ਪੰਜਾਬ ਦੀ ਫੂਲਕੇ ਮਿਸਲ ਦੀ ਇੱਕ ਰਿਆਸਤ ਸੀ। ਫੂਲਕੇ ਮਿਸਲ ਦੀਆਂ ਤਿੰਨ ਰਿਆਸਤਾਂ ਸਨ: ਰਿਆਸਤ ਪਟਿਆਲਾ, ਨਾਭਾ ਅਤੇ ਜੀਂਦ। ਇਹਨਾਂ ਤਿੰਨਾਂ ਰਿਆਸਤਾਂ ਵਿੱਚੋਂ ਪਟਿਆਲਾ ਸਭ ਤੋਂ ਵੱਡੀ ਅਤੇ ਜੀਂਦ ਸਭ ਤੋਂ ਛੋਟੀ ਰਿਆਸਤ ਸੀ। ਭਾਵ ਰਿਆਸਤ ਨਾਭਾ ਰਿਆਸਤ ਪਟਿਆਲਾ ਨਾਲੋਂ ਛੋਟੀ ਅਤੇ ਰਿਆਸਤ ਜੀਂਦ ਨਾਲੋਂ ਵੱਡੀ ਸੀ। ਇਹ ਰਿਆਸਤ ਮੁਗਲ ਕਾਲ ਵੇਲੇ 1763 ਦੇ ਵਿੱਚ ਸਥਾਪਿਤ ਹੋਈ ਸੀ ਅਤੇ 1947 ਤੱਕ ਇਸ ਦਾ ਬੋਲਬਾਲਾ ਰਿਹਾ। ਨਾਭਾ ਬਹੁਤ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ। ਇਸ ਦਾ ਪੁਰਾਣਾ ਨਾਂ ਨਾਭੀ ਹੈ। ਪੁਰਾਤਨ ਸਮੇਂ ਵਿੱਚ ਇੱਥੇ ਬਣਦੇ ਗੱਡੇ ਦੀ ਨਾਭ ਬੜੀ ਮਸ਼ਹੂਰ ਹੁੰਦੀ ਸੀ। ਨਾਭ ਗੱਡੇ ਦੇ ਪਹੀਏ ਦੇ ਉਸ ਭਾਗ ਨੂੰ ਕਿਹਾ ਜਾਂਦਾ ਹੈ ਜੋ ਪਹੀਏ ਦੇ ਬਿਲਕੁਲ ਵਿਚਕਾਰ ਹੁੰਦਾ ਹੈ ਅਤੇ ਇਸ ਵਿੱਚ ਲੱਠ ਧੁਰਾ ਪੈਂਦਾ ਹੈ। ਇੱਕ ਮੱਤ ਇਹ ਵੀ ਹੈ ਕਿ ਦਿੱਲੀ ਅਤੇ ਲਾਹੌਰ ਤੋਂ ਨਾਭੇ ਦੀ ਦੂਰੀ ਬਰਾਬਰ ਹੈ। ਇਸ ਤਰ੍ਹਾਂ ਸਰੀਰ ਦੇ ਵਿਚਕਾਰਲੇ ਹਿੱਸੇ ਨੂੰ ਨਾਭ ਯਾਨੀ ਕਿ ਧੁੰਨੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਲਾਹੌਰ ਦਿੱਲੀ ਦੇ ਵਿਚਕਾਰ ਹੋਣ ਕਾਰਨ ਇਸ ਪਿੰਡ ਨੂੰ ਨਾਭੀ ਕਿਹਾ ਜਾਂਦਾ ਸੀ। ਸੰਨ 1755 ਵਿੱਚ ਨਾਭੀ ਪਿੰਡ ਤੋਂ ਹੀ ਨਾਭਾ ਸ਼ਹਿਰ ਆਬਾਦ ਕੀਤਾ ਗਿਆ। ਅੱਜ ਦਾ ਨਾਭਾ ਸ਼ਹਿਰ ਪੁਰਾਤਨ ਸਮੇਂ ਵਿੱਚ ਨਾਭੀ ਨਾਂ ਦਾ ਛੋਟਾ ਜਿਹਾ ਪਿੰਡ ਹੁੰਦਾ ਸੀ। ਫੂਲਕੀਆ ਵੰਸ਼ ਦੇ ਬਾਬਾ ਫੂਲ ਦੇ ਵੱਡੇ ਪੁੱਤਰ ਚੌਧਰੀ ਤਰਲੋਕ ਸਿੰਘ ਦੇ ਵੱਡੇ ਪੁੱਤਰ ਗੁਰਦਿੱਤ ਸਿੰਘ ਤੋਂ ਨਾਭਾ ਰਿਆਸਤ ਦਾ ਰਾਜਸੀ ਵੰਸ਼ ਸ਼ੁਰੂ ਹੁੰਦਾ ਹੈ। ਕਦੇ ਹੀਰਾ ਮਹਿਲ ਨਾਭਾ ਵਿਖੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਸੁਸ਼ੋਭਿਤ ਸਨ। ਇਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਚੋਲਾ, ਦਸਤਾਰ, ਕੰਘਾ ਅਤੇ 3.5 ਇੰਚ ਲੰਮੀ ਕਰਦ ਸ਼ਾਮਲ ਸੀ। ਇਹ ਵਸਤਾਂ ਪੀਰ ਬੁੱਧੂ ਸ਼ਾਹ ਨੂੰ ਗੁਰੂ ਸਾਹਿਬ ਨੇ ਬਖਸ਼ੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਵਿਖੇ ਸੁਸ਼ੋਭਿਤ ਕਰ ਦਿੱਤਾ ਗਿਆ, ਪਰ ਹੁਣ ਮਹਾਰਾਜਾ ਪਰਿਵਾਰ ਦੀ ਮੰਗ ਹੈ ਕਿ ਇਹ ਨਿਸ਼ਾਨੀਆਂ ਦੁਬਾਰਾ ਹੀਰਾ ਮਹਿਲ ਵਿੱਚ ਸੁਸ਼ੋਭਿਤ ਕੀਤੀਆਂ ਜਾਣ, ਜਿੱਥੇ ਇਹ ਪਹਿਲਾਂ ਹੀਰਾ ਮਹੱਲ ਵਿੱਚ ਬਣੇ ਸਰੋਪਾ ਸਾਹਿਬ ਗੁਰਦੁਆਰੇ ਵਿੱਚ ਸੁਸ਼ੋਭਿਤ ਸਨ। ਇਤਿਹਾਸਕ ਪੱਖ ਤੋਂ ਦੇਖਿਆ ਜਾਵੇ ਤਾਂ ਨਾਭਾ ਰਿਆਸਤ ਦੇ 3 ਮਹਾਰਾਜੇ ਹੋਏ ਨੇ: ਮਹਾਰਾਜਾ ਹੀਰਾ ਸਿੰਘ, ਉਹਨਾਂ ਦਾ ਪੁੱਤਰ ਰਿਪੁਦਮਨ ਸਿੰਘ ਅਤੇ ਰਿਪੁਦਮਨ ਸਿੰਘ ਦਾ ਬੇਟਾ ਪ੍ਰਤਾਪ ਸਿੰਘ, ਅਤੇ ਪ੍ਰਤਾਪ ਸਿੰਘ ਦੇ 3 ਬੇਟੇ ਹੋਏ ਨੇ: ਮਹਾਰਾਜਾ ਪ੍ਰਤਾਪ ਸਿੰਘ ਦਾ ਬੇਟਾ ਮਹਾਰਾਜਾ ਹਿੰਮਤ ਸਿੰਘ ਅਤੇ ਉਹਨਾਂ ਦਾ ਸਾਰਾ ਪਰਿਵਾਰ ਹੁਣ ਨਾਭਾ ਦੇ ਹੀਰਾ ਮਹਿਲ ਵਿੱਚ ਰਹਿਣ ਲੱਗ ਪਿਆ ਹੈ। ਹੀਰਾ ਮਹਿਲ ਵਿੱਚ ਸ਼ਾਹੀ ਪਰਿਵਾਰ ਦੀ ਮੰਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਾਂ ਨਾਭਾ ਦੇ ਹੀਰਾ ਮਹਿਲ ਵਿੱਚ ਸੁਸ਼ੋਭਿਤ ਕੀਤੀਆਂ ਜਾਣ। ਮਹਾਰਾਜਾ ਹੀਰਾ ਸਿੰਘ ਧਰਮੀ ਰਾਜੇ ਦੇ ਨਾਮ ਨਾਲ ਜਾਣੇ ਜਾਂਦੇ ਸਨ। ਮਹਾਰਾਜਾ ਰਿਪੁਦਮਨ ਸਿੰਘ ਅੰਗਰੇਜ਼ੀ ਹਕੂਮਤ ਅੱਗੇ ਨਹੀਂ ਝੁਕੇ ਅਤੇ ਉਹਨਾਂ ਨੂੰ ਕੋਡੇ ਇੱਕ ਨਾਲ ਕਾਲੇ ਪਾਣੀ ਵਿਖੇ ਭੇਜ ਦਿੱਤਾ ਗਿਆ ਸੀ। ਮਹਾਰਾਜਾ ਰਿਪੁਦਮਨ ਸਿੰਘ ਨੇ ਆਨੰਦ ਮੈਰਿਜ ਐਕਟ ਵੀ ਲਾਗੂ ਕਰਵਾਇਆ ਸੀ। ਇਸ ਮੌਕੇ ਮਹਾਰਾਜਾ ਹਿੰਮਤ ਸਿੰਘ ਦੀ ਪਤਨੀ ਮਹਾਰਾਣੀ ਉਮਾ ਸਿੰਘ ਅਤੇ ਮਹਾਰਾਜਾ ਭਾਨੂ ਪ੍ਰਤਾਪ ਸਿੰਘ ਦੀ ਪਤਨੀ ਰਾਣੀ ਪ੍ਰੀਤੀ ਸਿੰਘ ਨੇ ਦੱਸਿਆ ਹੈ ਕਿ ਮਹਾਰਾਜਾ ਰਿਪੁਦਮਨ ਸਿੰਘ ਮਹਾਰਾਜਾ ਹੀਰਾ ਸਿੰਘ ਦਾ ਪੰਜਾਬ ਲਈ ਬਹੁਤ ਵੱਡੀ ਦੇਣ ਹੈ। जहाँ महाराज प्रताप सिंह और महारानी उर्मिला देवी, मेरे मदर इन लॉ फादर इन लॉ, वो भी यहाँ से जब गए, हाँ, ज़रूर माने उनका भी चाहना था कि कोई ना कोई यहाँ आ जाए, मगर वो लोग यहाँ 50 साल पहले यहाँ छोड़ के चले गए थे, तो उनको मुश्किल था। और फिर बच्चे भी कौन आएगा यहाँ जो इंटरेस्ट लेगा। तो जैसे इन्होंने कहा, अब मेरा पोता वो एकदम सिक्की है, सरदार है, लंबा बाल है सब, तो उसी ने हमको यहाँ ले आए, मैं यही कह सकती हूँ। नहीं तो हम लोग वहाँ दिल्ली में हमको ना तो पंजाबी या कुछ आता था ना, सिर्फ हिंदी इंग्लिश यही बोलते थे। पर जब से ये आया है यहाँ, मुझे खुशी है कि वो यहाँ खुश है और बिल्कुल नाभा को अपना ये अपना शहर जैसे ना वो खुश रहता है और यहीं पढ़ाई कर रहा है। तो मुझे खुशी है कि हम अपने रूट्स में आ गए, विच इज़ वेरी इम्पोर्टेंट nowadays, that we should come back to our roots. And I'm happy that the younger generation ने मुझे माने हम ओल्ड जनरेशन को वापस रूट्स में ले आए। आपकी भी यही निशानी है, एक बची है जो हीरा महल है। हाँ, यही तो है, यही सब कुछ है। पर यही मैं कहना चाहती हूँ कि मेरे ग्रैंडसन हमको यहाँ ले आया है, तो आई एम जस्ट हैप्पी दैट हम वी आर बैक टू आवर रूट्स। और जैसे इन्होंने कहा, हम सब कुछ वही करेंगे जैसे हमारे फोरफादर्स चाहते थे। हाँ, महाराज हीरा सिंह, महाराज रिपुदमन सिंह, महाराज प्रताप सिंह, तीनों ने
नाभा के लिए बहुत कुछ किया है, और हम चाहते हैं यहाँ रहकर हम भी अपने तरीक़े से अपनी तरह से जो कुछ हम कर सकते हैं हम करें यहाँ नाभा के लोगों के लिए, और हम यहीं खुशी खुशी बसे हैं। लोग भी काफ़ी खुश होंगे यहाँ पर आते होंगे। वही तो, मैं तो बहुत आई फील वेरी हम्बल, जैसे पीपल ने हमको वेलकम किया है। इट्स वेरी हम्बलिंग एक्सपीरियंस, एंड इट्स नॉट अस, इट इज़ माय एल्डर्स जिनके कारण हमको इतना वेलकम किया है, तो उनका नाम हमको रखना है। और जैसे इन्होंने कहा महाराज प्रतापन सिंह किस हालात में गए वो सब, तो हम उनके टाइम के जैसे तो नहीं कर सकते हैं, बट वी विल try and do our best to maintain this महल, and my grandson is here, so that's the best thing to happen to us, back to our roots. I would say that. आजकल सब लोग अपने रूट से तो दूर जाते हैं, पर कुछ नहीं है अपने रूट्स को छोड़ के जाने में, कुछ है ही नहीं। रूट्स हो तो सब कुछ है, तो आई एम हैप्पी आई एम बैक हियर। हीरा महल की पहले तो आप सबको सत श्री अकाल, नमस्कार। हीरा महल की बहुत ही रिच हिस्ट्री है। इनफैक्ट नाभा की बहुत ही हिस्टोरिकल हिस्ट्री है। नाभा में बहुत दानी अच्छे राजा रहे हमेशा, जैसे महाराज हीरा सिंह जी, महाराज रिपुदमन सिंह जी, और उनसे भी पहले जो थे महाराजा हमीर सिंह जी, सभी बहुत अच्छे राजा रहे, जिनकी बहुत उनके बारे में सब जगह बहुत अच्छी बातें अच्छा लिखा हुआ है। ये बात हीरा महल की, तो हीरा महल में महाराजा रिपुदमन सिंह जी भी रहे हैं, महाराज हीरा सिंह जी भी रहे हैं, और नाभा की सभी ऐतिहासिक बिल्डिंग में हर बिल्डिंग में गुरु घर पहले बनता था। सबसे ऊपर जो कमरा होता था हमेशा वो गुरु घर होता था। उसी तरह से हीरा महल में भी जो सबसे ऊपर कमरा है वो गुरुद्वारा सरोपाव साहब है, जहाँ पे गुरु महाराज का हमेशा प्रकाश रहता है। तो यहाँ पे गुरु साहब की दी हुई बख्शिशें जो कि नाभा परिवार को दी गई थी, वो बख्शिशें यहाँ पर थी। तब हम लोग ये कोशिश कर रहे हैं कि वापस वो बख्शिशें यहीं लाके स्थापित करें। बख्शिश में भी क्या क्या था, अब कहाँ पर है वो बख्शिशें? बख्शिशें गुरु महाराज के 6वें पातशाह, 9वें पातशाह, 10वें पातशाह की बहुत सारी चीज़ें, जिसमें केश, कंगा, तलवार, कृपान, चोला साहब, काफ़ी चीज़ें हैं। जी। वो यहाँ से क्यों चली गई, कौन लेके गया यहाँ पर? अब मैं उसकी डिटेल में नहीं जाना चाहती, बट यहाँ से क्यों चली गई, जो भी सर्कमस्टांसेस थे, जो पहले यहाँ पे महाराज थे, जिस रीज़न से उन्होंने भेजा, वो रीज़न तो मैं नहीं जानती हूँ, लेकिन पे भी सर्कमस्टांसेस ऐसे थे कि उसकी सेवा नहीं कर पा रहे थे। जो भी रीज़न था उन्होंने गवर्नमेंट को दे दी थी उसकी सेवा संभालने के लिए, कि उसकी भैया बेद भी ना हो, उसकी सेवा अच्छे से संभल पाए। इसलिए जो सैक्रिफाइस महाराज रिपुदमन सिंह जी ने करा था, 22 साल वो जेल में रहे, जेल में ही उनकी डेथ हो गई। 22 सालों का वहाँ कोडी कनाल में थे, वहीं उनकी डेथ हो गई। वो नाभा कभी वापस नहीं आ पाए। क्यों आज वो नाभा से यहाँ से गए थे? क्योंकि जब उनका राज तिलक हुआ था, कॉरोनेशन सेरेमनी हुई थी, तो उन्होंने सिक्खी के हिसाब से किया था, जो सिख कल्चर में होता है उसके हिसाब से किया था, ना कि जो ब्रिटिशर्स जैसे करते थे वैसे। उसकी वजह से ब्रिटिश और उनके बीच में बहुत मनमुटाव हो गया था। उनके लिए जैतोदा मोर्चा भी लगा, लेकिन वो नहीं झुके। ब्रिटिशर्स ने उनको कहा था माफ़ीनामा लिख लो, आप वापस आ जाओ। वो नहीं झुके ब्रिटिशर्स के आगे। क्यों? क्योंकि वो अपनी सिक्खी को फॉलो करना चाहते थे। आज उन्होंने इतना बड़ा सैक्रिफाइस करा अपनी कौम के लिए, अपने लोगों के लिए, और वो वहीं ख़त्म हो गए, वापस दोबारा नाभा लौट के नहीं आए। उनका बेटा 8 साल का, जिसको अब्रॉड ले गए ब्रिटिशर्स, इंग्लैंड ले गए, वहीं पे पाला पोसा। जब बड़े हुए तब वो यहाँ के राजा बने। तो ब्रिटिशर्स ने पूरी कोशिश करी कि इस परिवार से सिक्खी छिन जाए, दूर हो जाए, ये लोग मॉडर्न बन जाएं, इनसे ये सिक्खी फॉलो ना करें। तो आज मे बी आफ्टर टू जनरेशन्स हम लोग वापस यहाँ आके, जो महाराज रिपुदमन सिंह जी का सैक्रिफाइस था, जो उन्होंने इस कौम के लिए किया या नाभा के लिए करा,
उनकी जो हिस्ट्री है उसको बचाने की कोशिश कर रहे हैं। आज उन्होंने बहुत बड़ी बात है, एक सिटिंग राजा जिसको गद्दी से हटा दिया जाए सिर्फ इसी बात पे कि तुम सिक्की मत फॉलो करो, तुम ब्रिटिशर्स के हिसाब से चलो, लेकिन वो नहीं झुके, उन्होंने सिक्की के हिसाब से करा सब चीज़। उस राजा की क्या उस टाइम उनकी फीलिंग्स रही होंगी, कितना डिफ़िकल्टी फेस करी होगी। बहुत बड़ी बात है एक सिटिंग राजा अपना गद्दी छोड़ के चला जाए सिर्फ इसी बात पे। एक लड़ाई में हारना एक अलग बात होती है, बट ऐसी बातों पे अपनी छोड़ के चला जाए। आज उनका ये महल है, इस महल पे मैं चाहती हूँ कि जो हिस्ट्री थी, मैं क्या हम लोग सभी चाहते हैं कि जो ये इसकी हिस्ट्री है महाराजा पुदमन सिंह जी की, उसको प्रिजर्व करें वापस और उनके महल को वापस आबाद करें जैसे ये पहले था। लेकिन अब हम लोगों ने ठान लिया है कि नहीं, हम लोग सिक्की फॉलो करेंगे जो महाराज रिपुदमन सिंह जी, महाराज हीरा सिंह जी जिस तरह से रहते थे, जिस तरह से फॉलो करते थे, हम पूरी कोशिश करेंगे हम वैसे फॉलो करें। अब उनकी तरह तो नहीं कर सकते, बट फिर भी हम पूरी कोशिश करेंगे कि ਜਿੱਥੇ ਸ਼ਾਹੀ ਪਰਿਵਾਰ ਨੇ ਗੱਲ ਕੀਤੀ ਹੈ, ਉੱਥੇ ਹੀ ਸ਼ਹਿਰ ਨਿਵਾਸੀਆਂ ਨੇ ਵੀ ਦੱਸਿਆ ਹੈ ਕਿ ਨਾਭਾ ਬਹੁਤ ਵੱਡੀ ਰਿਆਸਤ ਸੀ। ਨਾਭਾ ਰਿਆਸਤ ਦੀ ਇੱਕ ਵਿਸ਼ਾਲ ਹਿਸਟਰੀ ਹੈ। ਮੈਂ ਤੁਹਾਨੂੰ ਇੱਕ ਵਾਕਿਆ ਯਾਦ ਕਰਾਉਣਾ। ਜਦੋਂ ਮਹਾਰਾਜਾ ਰਪਦਮਨ ਸਿੰਘ ਜੀ ਦੀ ਦਸਤਾਰਬੰਦੀ ਹੋਣੀ ਸੀ, 6 ਸਾਲ ਦੀ ਉਮਰ ਸੀ, ਤਾਂ ਸੰਤ ਅਤਰ ਸਿੰਘ ਦਾ ਅਤੇ ਮਹਾਰਾਜਾ ਹੀਰਾ ਸਿੰਘ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੈ। ਅਤੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਨੇ ਆਪਣਾ ਇੱਕ ਜਥਾ ਭੇਜਿਆ ਮਹਾਰਾਜਾ ਰਪਦਮਨ ਸਿੰਘ ਜੀ ਦੇ ਜਨਮ ਦਿਨ ਵਾਲੇ ਦਿਨ। ਉਸ ਤੋਂ ਪਹਿਲਾਂ ਜੋ ਪ੍ਰਸ਼ਾਦ ਲੈਣ ਲਈ ਹਜ਼ੂਰ ਸਾਹਿਬ ਤੋਂ ਮਸਤੂਆਣਾ ਸਾਹਿਬ ਗਿਆ ਸਿੰਘ, ਉਹਨੇ ਆ ਕੇ ਜਦੋਂ ਪ੍ਰਸ਼ਾਦ ਅਤੇ ਸਰੋਪਾ ਲੈ ਕੇ ਆਇਆ ਅਤੇ ਉਹਨੇ ਦੱਸਿਆ, ਕਹਿੰਦੇ ਮਹਾਰਾਜ ਵੀ ਉੱਥੇ ਲਾਈਟ ਨਹੀਂ ਹੈ ਹਜ਼ੂਰ ਸਾਹਿਬ। ਤਾਂ ਸੰਤ ਅਤਰ ਸਿੰਘ ਕਹਿਣ ਲੱਗੇ, ਕਹਿੰਦੇ ਭਾਈ ਇੱਦਾਂ ਕਰੋ, ਤੁਸੀਂ ਇੱਕ ਪੇਜ 'ਤੇ ਲਿਖ ਲਓ, ਜਦੋਂ ਆਪਾਂ ਪ੍ਰਸ਼ਾਦ ਅਤੇ ਸਰੋਪਾ ਦੇਵਾਂਗੇ ਤਾਂ ਹੀਰਾ ਸਿੰਘ ਨੂੰ ਆਪਾਂ ਪੇਜ ਅੱਗੇ ਕਰ ਦਿਓ ਤਾਂ ਹੀਰਾ ਸਿੰਘ ਦੇਖ ਲੈਣਗੇ। ਮਹਾਰਾਜ ਹੀਰਾ ਸਿੰਘ ਨੇ ਬੋਲਣ ਲੱਗੇ ਵੀ ਭਾਈ ਇਹ ਕੀ ਹੈ? ਕਹਿੰਦੇ ਮਹਾਰਾਜ ਜੋ ਸਿੰਘ ਉਰੋਂ ਗਿਆ ਸੀ ਪ੍ਰਸ਼ਾਦ ਅਤੇ ਸਰੋਪਾ ਲੈਣ ਲਈ ਹਜ਼ੂਰ ਸਾਹਿਬ, ਉਹਨੇ ਜਾ ਕੇ ਦੇਖਿਆ ਵੀ ਉੱਥੇ ਲਾਈਟ ਨਹੀਂ ਹੈ। ਅਤੇ 5000 ਰੁਪਈਆ ਤਾਂ ਮਹਾਰਾਜ ਹੀਰਾ ਸਿੰਘ ਨੇ ਘੋੜੀ ਲਈ ਲਿੱਤਾ, 5000 ਨਾਲ ਦਿੱਤਾ ਅਤੇ 35000 3 ਮਹੀਨਿਆਂ ਤੱਕ ਉੱਥੇ ਪਹੁੰਚਦਾ ਕਰਿਆ। ਜੋ ਹਜ਼ੂਰ ਸਾਹਿਬ ਦੇ ਵਿੱਚ ਬਿਜਲੀ ਲੱਗੀ ਹੈ ਉਹ ਮਹਾਰਾਜਾ ਹੀਰਾ ਸਿੰਘ ਰਿਆਸਤ ਨਾਭਾ ਨੇ ਲਗਾਈ ਹੈ। ਉਸ ਤੋਂ ਬਾਅਦ ਮਹਾਰਾਜ ਹੀਰਾ ਸਿੰਘ ਦਾ ਅਤੇ ਸੰਤ ਅਤਰ ਸਿੰਘ ਦਾ ਇੱਕ ਜਗ੍ਹਾ ਮਿਲਾਪ ਹੁੰਦਾ ਹੈ। ਤਾਂ ਮਹਾਰਾਜ ਹੀਰਾ ਸਿੰਘ ਕਹਿਣ ਲੱਗੇ, ਕਹਿੰਦੇ ਮਹਾਰਾਜ ਤੁਸੀਂ ਇੱਦਾਂ ਕਰੋ, ਆਪਣੇ ਏਰੀਏ ਦੇ ਵਿੱਚ ਤੁਸੀਂ ਸਥਾਨ ਖੋਲ੍ਹੋ, ਡੇਰਾ ਬਣਾਓ। ਤਾਂ ਸੰਤ ਅਤਰ ਸਿੰਘ ਕਹਿਣ ਲੱਗੇ, ਕਹਿੰਦੇ ਹੀਰਾ ਸਿੰਘ ਖੋਲ੍ਹ ਤਾਂ ਲਈਏ, ਪਰ ਆਪਣੇ ਮੇਰੀ ਜੋ ਸੋਚ ਹੈ, ਸੰਤ ਅਤਰ ਸਿੰਘ ਕਹਿਣ ਲੱਗੇ, ਕਹਿੰਦੇ ਮੈਂ ਵਿੱਦਿਆ ਦਾ ਪਸਾਰਾ ਅੱਗੇ ਵਧਾਉਣਾ, ਪਰ ਕਾਰਨ ਕੀ ਹੈ, ਜੋ ਆਪਣਾ ਏਰੀਆ ਹੈ ਤਾਂ ਉਹ ਬਹੁਤ ਅਨਪੜ੍ਹ ਹੈ ਅਤੇ ਪੈਸੇ ਕਿੰਨੀ ਬਹੁਤ ਜ਼ਿਆਦਾ ਗਰੀਬ ਹੈ। ਤਾਂ ਮਹਾਰਾਜ ਹੀਰਾ ਸਿੰਘ ਕਹਿਣ ਲੱਗੇ, ਕਹਿੰਦੇ ਵੀ ਮਹਾਰਾਜ ਜੋ ਵੀ ਪੈਸੇ ਵਜੋਂ ਮਦਦ ਆ ਵੀ ਉਹ ਮੈਂ ਕਰੂੰਗਾ, ਤੁਸੀਂ ਵਿੱਦਿਆ ਦੇ ਪਸਾਰੇ ਨੂੰ ਲੰਬਾ ਕਰੋ। ਉਸ ਤੋਂ ਬਾਅਦ ਜਿਹੜਾ ਅਕਾਲ ਡਿਗਰੀ ਕਾਲਜ ਬਣਿਆ ਹੋਇਆ ਮਸਤੂਆਣਾ ਸਾਹਿਬ, ਉਹਦੇ ਲਈ ਮਹਾਰਾਜਾ ਰਪਦਮਨ ਸਿੰਘ ਜੀ ਨੇ 1000 ਬਿੱਘਾ ਜ਼ਮੀਨ ਦਿੱਤੀ, 1 ਲੱਖ ਰੁਪਈਆ ਦਿੱਤਾ, 9 ਮਹੀਨਿਆਂ ਦੇ ਵਿੱਚ ਉਹ ਬਿਲਡਿੰਗ ਬਣੀ ਹੋਈ ਹੈ। ਉਸ ਤੋਂ ਬਾਅਦ ਜਦੋਂ ਉਹਦਾ ਓਪਨਿੰਗ ਕਰਨੀ, ਉਦਘਾਟਨ ਕਰਿਆ ਤਾਂ ਸੰਤ ਅਤਰ ਸਿੰਘ ਮਹਾਰਾਜ ਨੇ ਮਹਾਰਾਜਾ ਰਪਦਮਨ ਸਿੰਘ ਤੋਂ ਸੋਨੇ ਦਾ ਜਿੰਦਾ ਖਲਵਾਇਆ ਜੀ। ਇੱਕ ਚੀਜ਼ ਹੋਰ ਆ, ਜੋ ਉੱਥੇ ਲੰਗਰ ਘਰ ਬਣਿਆ ਹੋਇਆ, ਉੱਥੇ ਨਾ ਜੋ ਤਵੀ ਬਣੀ ਹੋਈ ਹੈ, ਉੱਥੇ ਤਿੰਨੇ ਰਿਆਸਤਾਂ ਉਸ ਤਵੀ 'ਤੇ ਆ ਕੇ ਖਤਮ ਹੁੰਦੀਆਂ ਨੇ, ਪਟਿਆਲਾ, ਨਾਭਾ, ਜੀਂਦ। ਉਹਨਾਂ ਸਾਨੂੰ ਦਿਖਾਇਆ ਮਹਾਰਾਣੀ ਸਾਹਿਬ ਨਾਲ, ਤਾਂ ਬਹੁਤ ਚੰਗਾ ਲੱਗਿਆ ਉੱਥੇ ਦੇਖ ਕੇ। ਹਾਂਜੀ ਹਾਂ, ਜੇ ਸਰਕਾਰਾਂ ਕੰਮ ਦੀਆਂ ਹੁਣ ਤਾਂ ਸ਼ਹਿਰ ਨਾਭਾ ਉਸ ਸਮੇਂ ਦੇ ਵਿੱਚ ਰਿਆਸਤ ਰਹਿ ਚੁੱਕੇ ਨੇ ਜੀ। ਆ ਤਾਂ ਮਹਾਰਾਜ ਦੇ ਟਾਈਮ ਹੀ ਲੋਕਾਂ ਨੇ ਜਿਹੜੇ ਨਾਲ ਦੇ ਸੀ ਉਹਨਾਂ ਨੇ, ਜੇ ਨਾਲ ਦੇ ਅੱਜ ਅਸੀਂ ਦੇਖਦੇ ਹਾਂ ਜਾ ਕੇ ਐਡੇ ਐਡੇ ਮਹਿਲ ਬਣੇ ਪਏ ਨੇ, ਜੋ ਮਹਾਰਾਜਾ ਰਪਦਮਨ ਸਿੰਘ ਜੀ ਦੇ ਨਾਲ ਸੀ। ਕੀ ਗੱਲ, ਮਹਾਰਾਜਾ ਰਪਦਮਨ ਸਿੰਘ ਕਾਲੇ ਪਾਣੀ ਚਲੇ ਗਏ, ਉਹਨਾਂ ਦੇ ਮਹਿਲ ਤਾਂ ਉਦੋਂ ਹੀ ਖੜ੍ਹੇ ਨੇ। ਅਣਗੌਲਿਆ ਗਿਆ, ਸ਼ਹਿਰ ਨੂੰ ਅਣਗੌਲਿਆ ਗਿਆ, ਤਾਂ ਕਰਕੇ ਅੱਜ ਆਪਾਂ ਸਾਰੇ ਦੇਖਦੇ ਹਾਂ ਸ਼ਹਿਰ ਦੇ ਕੀ ਹਾਲ ਨੇ। ਕਿਉਂ ਉਹਨਾਂ ਦਾ ਵੰਸ਼ ਇੱਥੇ ਆਇਆ, ਹੁਣ ਸਾਂਭ ਸੰਭਾਲ ਲਈ ਵੀ ਜਿਹੜਾ ਹੈਗਾ ਕਦਮ ਚੁੱਕੇ ਨੇ ਅਤੇ ਸਭ ਕੁਝ ਛੱਡ ਕੇ ਇੱਥੇ ਰਹਿਣ ਲੱਗ ਗਿਆ, ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਸ਼ਹਿਰ ਵਾਸੀਆਂ ਵਾਸਤੇ ਵੀ ਮਹਾਰਾਜ ਹੀਰਾ ਅਸਲ ਦੇ ਵਿੱਚ ਅਸੀਂ ਜਦੋਂ ਆਪਣੇ ਬਜ਼ੁਰਗਾਂ ਦੇ ਨਾਲ ਬੈਠਦੇ ਹੁੰਦੇ ਸੀ ਤਾਂ ਨਾਭਾ ਰਿਆਸਤ ਬਾਰੇ, ਮਹਾਰਾਜ ਹੀਰਾ ਸਿੰਘ ਬਾਰੇ, ਮਹਾਰਾਜ ਰਪਦਮਨ ਸਿੰਘ ਬਾਰੇ ਅਕਸਰ ਗੱਲਾਂ ਕਰਦੇ ਸੀ। ਪਰ ਸਾਡੇ ਮਨ ਦੇ ਵਿੱਚ ਇਹੀ ਖਿਆਲ ਹੁੰਦਾ ਸੀ ਯਾਰ ਪਰਿਵਾਰ ਹੈ ਤਾਂ ਕਿੱਥੇ ਹੈ, ਕਿੱਦਾਂ ਦੇ ਹੋਣੇ ਨੇ। ਜਦੋਂ ਫਿਰ ਪਰਿਵਾਰ ਦਾ ਸਾਨੂੰ ਪਤਾ ਲੱਗਿਆ ਵੀ ਮਹਾਰਾਜ ਸਾਹਿਬ ਦਾ ਪਰਿਵਾਰ ਉਰੇ ਆ ਗਿਆ ਤਾਂ ਸਾਰੇ ਸ਼ਹਿਰ ਨੂੰ ਬੜੀ ਖੁਸ਼ੀ ਹੋਈ। ਹੁਣ ਮਹਾਰਾਣੀ ਸਾਹਿਬ ਇਸ ਪਰਿਵਾਰ ਵੱਲੋਂ ਜੋ ਵੀ ਸ਼ਹਿਰ ਲਈ ਜਾਂ ਲੋਕਾਂ ਦੀ ਭਲਾਈ ਲਈ ਕੰਮ ਕਰੇ ਜਾਂਦੇ ਨੇ, ਬਹੁਤ ਚੰਗੇ ਕੰਮ ਕਰੇ ਜਾ ਰਹੇ ਨੇ। ਮਹਾਰਾਜਾ ਰਪਦਮਨ ਸਿੰਘ ਜੀ ਤੋਂ ਹੀ ਆਨੰਦ ਮੈਰਿਜ ਐਕਟ
ਦੀ ਸ਼ੁਰੂਆਤ ਹੋਈ ਹੈ ਉਹਨਾਂ ਨੇ ਪਾਸ ਕਰਵਾਇਆ ਸੀ। ਉਸ ਤੋਂ ਇਲਾਵਾ ਮਹਾਰਾਜਾ ਰਪਦਮਨ ਸਿੰਘ ਜੀ ਨੇ ਹਰੇਕ ਜਿੱਦਾਂ ਮਹਾਰਾਜਾ ਹੀਰਾ ਸਿੰਘ ਹੋਏ ਨੇ, ਰਪਦਮਨ ਸਿੰਘ ਹੋਏ ਨੇ, ਪ੍ਰਤਾਪ ਸਿੰਘ ਹੋਏ ਨੇ, ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿੰਨਾ ਕੁ ਉਹਨਾਂ ਨੂੰ ਸਮਾਂ ਮਿਲਿਆ ਉਦਾਂ ਹੀ ਆਪਣੇ ਜੀਵਨ ਕਾਲ ਦੇ ਵਿੱਚ ਕੰਮ ਲੋਕਾਂ ਦੀ ਭਲਾਈ ਕਰਦੇ ਗਏ। ਮਹਾਰਾਜਾ ਹੀਰਾ ਸਿੰਘ ਧਰਮੀ ਰਾਜਾ ਸੀ, ਇੱਕ ਇਸ ਤਰ੍ਹਾਂ ਦੇਖਦੇ ਹੋ? ਬਿਲਕੁਲ ਜੀ ਬਿਲਕੁਲ। ਅਸਲ ਦੇ ਵਿੱਚ ਧਰਮੀ ਰਾਜਾ ਉਦੋਂ ਹੀ ਜਦੋਂ ਆਪਾਂ ਆਪਣੇ ਜੀਵਨ ਕਾਲ ਦੇ ਵਿੱਚ ਕੰਮ ਕਰਦੇ ਹਾਂ, ਉਦੋਂ ਬਾਅਦ ਤੁਹਾਡੇ ਲੋਕ ਜੋ ਪਰਜਾ ਹੁੰਦੀ ਹੈ, ਆਪਾਂ ਅਕਸਰ ਕਹਿੰਦੇ ਜਦੋਂ ਆਪਾਂ ਪੇਪਰ ਦਿੰਦੇ ਹਾਂ ਰਿਪੋਰਟ ਕਾਰਡ ਲਾਸਟ 'ਚ ਬਣ ਕੇ ਆਉਂਦਾ। ਇੱਦਾਂ ਹੀ ਜਦੋਂ ਆਪਣੇ ਜੀਵਨ ਕਾਲ ਦੇ ਵਿੱਚ ਆਪਾਂ ਕੰਮ ਕਰਦੇ ਹਾਂ ਤਾਂ ਉਸ ਤੋਂ ਬਾਅਦ ਲੋਕ ਕਹਿੰਦੇ ਨੇ ਵੀ ਹਾਂ ਧਰਮੀ ਰਾਜਾ ਸੀ ਜਾਂ ਆਪਣੇ ਪਰਜਾ ਲਈ ਕੰਮ ਕਰਿਆ। ਜੋ ਆਪਣੇ ਏਰੀਏ ਦੇ ਵਿੱਚ ਨਹਿਰਾਂ ਜਾਂਦੀਆਂ ਨੇ, ਮਹਾਰਾਜਾ ਹੀਰਾ ਸਿੰਘ ਨੇ ਸਭ ਤੋਂ ਵੱਧ ਪੈਸੇ ਭਰ ਕੇ ਆਪਣੇ ਸ਼ਹਿਰ ਦੇ ਵਿੱਚ ਨਹਿਰਾਂ ਦਾ ਨਿਕਾਲੀਆਂ ਸੀ ਜੀ। ਹੁਣ ਦੇਖਦੇ ਹਾਂ ਕਿ ਸ਼ਾਹੀ ਪਰਿਵਾਰ ਦੀ ਮੰਗ ਦੇ ਉੱਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ ਕੀਤੀਆਂ ਨਿਸ਼ਾਨੀਆਂ ਪਹਿਲਾਂ ਵਾਂਗੂ ਹੀ ਹੀਰਾ ਮਹਿਲ ਦੇ ਵਿੱਚ ਵਾਪਸ ਆਉਂਦੀਆਂ ਨੇ ਜਾਂ ਨਹੀਂ। ਅਜਿਹੀਆਂ ਰੌਚਕ ਜਾਣਕਾਰੀਆਂ ਲਈ ਲਗਾਤਾਰ ਜੁੜੇ ਰਹੋ 1V TV ਦੇ ਨਾਲ।